ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਮੇਰੇ ਮਹਿ ਬਸਹੁ ਗੁਸਾਈ, ਸਚਿਰ ਸੁਮੇਰ ਸਮਾਨ ਸਦਾਈ। ਜਬ ਮੇਰੋ ਕਬ ਆਏ ਸੰਦੇਸਾ, ਸੁਨਹੁ ਗਰੀਬ ਨਿਵਾਜ ਅਸੇਸਾ। परम सन्मान आवर साहिब कमाल बारगाह इनायत के मालक, कलयुगी जीवों के उद्धार करता, साहिब सहाबा जोत रूप हर आप, महिमा दे मालक तन तन गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलों च विराजमान गुरु प्यारी साध संगत, गुरुदेव जी दी महान इनायत दा सदका साडे सारियां दे सिर ते मेहरामतमई रखे हाथ दा सदका जीवन दा अज दा दिन भी प्राप्त होया और इस नवे दिन दी जो नवे जन्म समान है इस शाम अजीजुल नवाज गनीमुल खराज पातशाह गुरु गोबिंद सिंह महाराज जी दे चरण कमलों की खाक दे नाम करना नसीब होया। गुरुदेव जी की महान इनायत का सदका सौदर चौंकी दे कीर्तन रहरास आरती अरदास ते फिर साहिब जी दे हुक्मनामे आपने प्रेम सहित सरवण कीते ने। कुछ समा होर साहिबे कमाल महिमा दे मालक तन 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 गुरु पिता मेरियां पीरियां दे दाते श्री गुरु हरगोबिंद साहिब महाराज जी दे महान जीवन प्रसंग अमृत जीवन कथड़ियां राही मन गुरु चरना नाल जुड़ सके। गुरु इतिहास विचार गुरु दिदायस दीदार दी दात झोली च पावे। एकाग्रता अदब ते आनंद दी दात झोली च पै सके। इसलिए जितने माता भ्राता हाजरीन हाजरी भर रहे हो, पेशतर छोटी जही ध्यान साधना है। दोहां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलों ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गल वकड़ी करदियां चरण चुमदियां आया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक आपने प्रेम सहित सरवण किया कि श्री गुरु हरगोबिंद साहिब शहनशाह दो आलम सतगुरु जी ने
ਬਾਬਾ ਬੁੱਢਾ ਜੀਆਂ ਨੂੰ ਫਰਮਾਇਆ, ਬਾਬਾ ਜੀ ਤੁਸੀਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਹਨ, ਸਾਨੂੰ ਸਤਿਗੁਰੂ ਜੀ ਦੇ ਪਹਿਲੇ ਦੂਸਰੇ ਤੀਸਰੇ ਜਾਮਿਆਂ ਦੀਆਂ ਗਾਥਾਵਾਂ ਸਰਵਣ ਕਰਾਓ, ਕਿਉਂਕਿ ਭਾਵੇਂ ਬਾਕੀਆਂ ਨੇ ਵੀ ਉਹਨਾਂ ਦੀ ਵਡਿਆਈ ਕੰਨਾਂ ਨਾਲ ਸੁਣੀ ਹੈ, ਪਰ ਤੁਸੀਂ ਅੱਖਾਂ ਨਾਲ ਦੀਦਾਰ ਵੀ ਕੀਤਾ ਹੈ। ਇਸ ਲਈ ਤੁਹਾਡਾ ਸੁਣਾਉਣਾ ਹੋਰ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ, ਕਿਉਂਕਿ ਜਿਨ੍ਹਾਂ ਨੇ ਦੇਖਿਆ ਹੋਵੇ ਉਹ ਅਸਲੀਅਤ ਬਿਆਨ ਕਰ ਸਕਦੇ ਨੇ। ਬਾਕੀ ਜਗਤ ਸੁਣੀਆਂ ਸੁਣਾਈਆਂ ਗੱਲਾਂ 'ਚ ਰਹਿ ਜਾਂਦਾ ਹੈ। ਜੈਸੇ ਜੋ ਸੰਗਤਾਂ ਮਹਾਰਾਜ ਜੀ ਦੇ ਘਰ ਪਟਨਾ ਸਾਹਿਬ ਪਹੁੰਚੀਆਂ ਨੇ, ਅੰਮ੍ਰਿਤ ਵੇਲੇ ਕਿਵਾੜ ਕਿਵੇਂ ਖੁੱਲ੍ਹਦੇ ਨੇ, ਅਰਦਾਸ ਕਿਵੇਂ ਹੁੰਦੀ ਹੈ, ਮਹਾਰਾਜ ਜੀ ਦੇ ਲੰਗਰਾਂ ਨੂੰ ਕੜਾਹ ਪ੍ਰਸ਼ਾਦ ਨੂੰ ਭੋਗ ਕਿਵੇਂ ਲੱਗਦਾ ਹੈ, ਸੇਵਾ ਕਿਵੇਂ ਹੁੰਦੀ ਹੈ, ਕਿਵੇਂ ਸੰਗਤਾਂ 1 ਵਜੇ ਹੀ ਪਹੁੰਚ ਜਾਂਦੀਆਂ ਨੇ ਅੰਮ੍ਰਿਤ ਵੇਲੇ, ਇਹ ਚੀਜ਼ਾਂ ਆ ਕੇ ਅੱਖੀ ਦੇਖਣ ਨਾਲ ਕੁਝ ਹੋਰ ਅਸਰ ਹੁੰਦਾ ਹੈ ਤੇ ਸੁਣਨ ਨਾਲ ਕੁਝ ਹੋਰ ਅਸਰ ਹੁੰਦਾ ਹੈ। ਭਾਵੇਂ ਸੁਣਨ ਨਾਲ ਵੀ ਸੁਭਾਗ ਬਣਦਾ ਹੈ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੈ ਆਖੀ। ਜੋ ਉਹਨਾਂ ਦੇ ਨੇਤਰ ਦੇਖਦੇ ਹਨ ਉਹ ਕਹਿੰਦੇ ਨੇ, ਜੋ ਪ੍ਰਭ ਕੇ ਦਰ ਹੋਏ ਬਤੀਤੈ, ਸੋ ਨਾਨਕ ਆਖ ਸੁਣਾਵੇ। ਇਸ ਲਈ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ, ਪਹਿਲੇ ਜਾਮਿਆਂ ਦੀ ਕਥਾ ਸੁਣਾਓ। ਸਤਿਗੁਰੂ ਸਿੱਖਾਂ ਦੇ ਹਿਰਦੇ ਵਿੱਚ ਬੈਠ ਕੇ ਵੀ ਆਪਣੀ ਕਥਾ ਸੁਣਦੇ ਨੇ। ਐਸਾ ਨਾ ਸੋਚਣਾ ਵੀ ਸੁਣਾਉਣ ਵਾਲੇ ਦੀ ਜ਼ੁਬਾਨ ਤੇ ਪ੍ਰਭੂ ਬੈਠਦਾ ਹੈ, ਇਹ ਸੱਚ ਹੈਗਾ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪਰ ਇਹਦੇ ਨਾਲ ਨਾਲ ਸੁਣਨ ਵਾਲਿਆਂ ਦੇ ਹਿਰਦੇ 'ਚ ਬੈਠ ਕੇ ਸੁਣਦਾ ਵੀ ਆਪ ਹੈ। ਕਮਾਲ ਦੀ ਗੱਲ ਇਹ ਹੈ, ਅਦਭੁਤ ਰਸਦਾਇਕ ਗੱਲ ਇਹ ਹੈ, ਸੁਣਾਉਂਦਾ ਵੀ ਆਪ ਹੈ ਤੇ ਸੁਣਦਾ ਵੀ ਆਪ ਹੈ। ਕਥਤਾ ਬਕਤਾ ਸੁਣਤਾ ਸੋਏ। ਆਪਣੀ ਕਥਾ ਆਪ ਕਰਾਉਂਦੇ ਨੇ ਸਾਹਿਬ ਤੇ ਆਪ ਸੰਗਤ ਵਿੱਚ ਬੈਠ ਕੇ ਸੁਣਦੇ ਵੀ ਨੇ। ਗੁਰੂ ਸੁਣ ਕੇ ਖੁਸ਼ ਹੋ ਰਿਹਾ, ਪਤਾ ਕਿਵੇਂ ਚੱਲੇਗਾ? ਕਿਹੜਾ ਮੀਟਰ ਦੇਖਾਂਗੇ? ਸੰਗਤ ਖੁਸ਼ ਹੋ ਰਹੀ ਹੈ ਤੇ ਗੁਰੂ ਖੁਸ਼ ਹੋ ਰਿਹਾ। ਸੰਗਤ ਦੀ ਖੁਸ਼ੀ, ਗੁਰੂ ਦੀ ਖੁਸ਼ੀ। ਮਹਾਰਾਜ ਜੀ ਦੇ ਮਹਾਨ ਅਨੰਦ ਸਿੱਖ ਬਾਬਾ ਬੁੱਢਾ ਸਾਹਿਬ ਜੀ ਦਾ ਇੱਕ ਵਾਕਿਆ ਖਿਆਲ 'ਚ ਆ ਗਿਆ। ਉਹਨਾਂ ਨੇ ਇੱਕ ਦਿਨ ਭਾਈ ਬਲਵੰਡ ਜੀ ਨੂੰ ਕਿਹਾ, ਉਹ ਹਾਜ਼ਰੀ ਭਰ ਕੇ ਲੰਗਰ ਛਕ ਕੇ ਤੇ ਫਿਰ ਦੁਪਹਿਰੇ ਮਹਾਰਾਜ ਜੀ ਦੇ ਘਰ ਆਏ ਤੇ ਬਾਬਾ ਬੁੱਢਾ ਬੇਰੀ ਦੇ ਥੱਲੇ ਬੈਠੇ ਸਨ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ, ਤੇ ਬੜੇ ਖੁਸ਼ ਹੋਏ, ਆਖਣ ਲੱਗੇ, ਆਓ ਭਾਈ ਸਾਹਿਬ, ਬੜਾ ਚੰਗਾ ਕੀਤਾ ਤੁਸੀਂ ਆਏ ਹੋ। ਮੇਰਾ ਮਨ ਕੀਰਤਨ ਸੁਣਨ ਨੂੰ ਕਰ ਰਿਹਾ ਸੀ, ਬਾਣੀ ਸੁਣਨ ਨੂੰ ਕਰ ਰਿਹਾ ਸੀ, ਆਓ ਮੈਨੂੰ ਕੋਈ ਸ਼ਬਦ ਸੁਣਾ ਦਿਓ। ਤੇ ਉਹਨਾਂ ਅੱਗੋਂ ਕਹਿ ਦਿੱਤਾ, ਬਈ ਬਾਬਾ ਜੀ ਇਹ ਵੇਲਾ ਕੋਈ ਸ਼ਬਦ ਗਾਉਣ ਦਾ ਹੈ, ਦੁਪਹਿਰਾ ਹੋਇਆ ਹੋਇਆ, ਮੈਂ ਤਾਂ ਵੈਸੇ ਹੀ ਕਿਸੇ ਕੰਮ ਆਇਆ। ਸ਼ਾਮ ਨੂੰ ਆ ਜਾਣਾ, ਉੱਥੇ ਮਹਾਰਾਜ ਦੀ ਹਾਜ਼ਰੀ ਵਿੱਚ ਸ਼ਬਦ ਪੜਾਂਗੇ, ਤੁਸੀਂ ਵੀ ਸੁਣ ਲੈਣਾ, ਹੁਣ ਇਸ ਵੇਲੇ ਨਹੀਂ ਸੁਣਾ ਸਕਦੇ।
ਬਾਬਾ ਬੁੱਢਾ ਜੀ ਨੇ ਫਿਰ ਕਿਹਾ, ਮੇਰਾ ਮਨ ਹੁਣ ਸੁਣਨ ਨੂੰ ਕਰਦਾ, ਮੈਨੂੰ ਕੁਝ ਸੁਣਾਓ। ਉਹਨਾਂ ਫਿਰ ਕਹਿ ਦਿੱਤਾ, ਲੈ ਇਹ ਸੰਗੀਤ, ਇਹ ਗਾਇਕੀ, ਇਹ ਜੱਟਾਂ ਨੂੰ ਕੀ ਪਤਾ ਹੁੰਦਾ ਕੀ ਹੁੰਦੀ, ਸ਼ਾਮੀ ਆ ਕੇ ਸੁਣ ਲੈਣਾ, ਅਸੀਂ ਬੜੇ ਗਹਿਰੇ ਸੰਗੀਤਕਾਰ। ਬਾਬਾ ਜੀ ਨੇ ਕੋਈ ਪ੍ਰਤੀ ਉੱਤਰ ਨਾ ਦਿੱਤਾ ਤੇ ਉਸੇ ਤਰ੍ਹਾਂ ਆਨੰਦ ਵਿੱਚ ਬੈਠੇ ਰਹੇ, ਸੇਵਾ ਕਰਾਉਂਦੇ ਰਹੇ। ਸ਼ਾਮ ਨੂੰ ਇਹਨਾਂ ਨੇ ਆ ਕੇ ਜਦ ਮਹਾਰਾਜ ਨੂੰ ਕੀਰਤਨ ਸੁਣਾਉਣਾ ਚਾਹਿਆ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਨਾ ਕਰ ਦਿੱਤਾ, ਕਿਹਾ ਤੁਸੀਂ ਰਹਿਣ ਦਿਓ, ਨਾ ਸੁਣਾਓ, ਅੱਜ ਅਸੀਂ ਆਪ ਸੰਗਤ ਕੋਲੋਂ ਸੁਣ ਲੈਂਦੇ। ਉਹਨਾਂ ਕਿਹਾ, ਮਹਾਰਾਜ ਜਿਹੜਾ ਰਾਗ ਤੁਸੀਂ ਸਾਨੂੰ ਕਿਹਾ ਸੀ ਨਾ, ਬੜੀ ਮਿਹਨਤ ਕਰਕੇ ਉਹ ਅਸੀਂ ਤਿਆਰ ਕਰਕੇ ਲਿਆਏ ਹਾਂ ਸੁਣਾਉਣ ਲਈ, ਤੁਸੀਂ ਸੁਣ ਲਓ, ਥੋੜਾ ਸਾਡੇ ਕੋਲੋਂ ਵੀ ਸੁਣ ਲਓ, ਫਿਰ ਬਾਕੀਆਂ ਕੋਲੋਂ ਵੀ ਸੁਣ ਲੈਣਾ। ਮਹਾਰਾਜ ਕਹਿਣ ਲੱਗੇ, ਬਸ ਨਹੀਂ, ਅੱਜ ਤੁਸੀਂ ਰਹਿਣ ਦਿਓ। ਉਹਨਾਂ ਫਿਰ ਜ਼ਿੱਦ ਕੀਤੀ। ਮਹਾਰਾਜ ਕਹਿਣ ਲੱਗੇ, ਜਦੋਂ ਅਸੀਂ ਤੁਹਾਨੂੰ ਸੁਣਾਉਣ ਲਈ ਕਿਹਾ ਸੀ ਉਦੋਂ ਤੁਸੀਂ ਸੁਣਾਇਆ ਨਹੀਂ, ਹੁਣ ਸਾਡਾ ਮਨ ਨਹੀਂ ਸੁਣਨ ਦਾ। ਮਹਾਰਾਜ ਤੁਸੀਂ ਸਾਨੂੰ ਕਦੋਂ ਆਖਿਆ, ਤੁਸੀਂ ਆਖੋ ਤੇ ਸਾਡੀ ਹਿੰਮਤ ਹੈ, ਅਸੀਂ ਨਾ ਕਰ ਦਈਏ। ਮਹਾਰਾਜ ਕਹਿਣ ਲੱਗੇ, ਦੁਪਹਿਰੇ ਮੈਂ ਹੀ ਆਖਿਆ ਸੀ, ਜਦ ਬਾਬਾ ਬੁੱਢਾ ਜੀ ਨੇ ਕਿਹਾ ਸੀ ਸ਼ਬਦ ਸੁਣਾਓ ਤੇ ਤੁਸੀਂ ਕੋਰੀ ਨਾ ਕਰ ਦਿੱਤੀ। ਹਿਤ ਕਰ ਜਬ ਹਮ ਸੁਨਨੋ ਚਾਹਿਓ, ਹਉਮੈ ਕਰ ਤੁਮ ਨਾਏ ਸੁਨਾਇਓ। ਇਸ ਲਈ ਹੁਣ ਰਹਿਣ ਦਿਓ, ਹੁਣ ਕੱਲ ਆਉਣਾ, ਕੱਲ ਤੁਸੀਂ ਸੁਣਾਉਣਾ, ਅੱਜ ਅਸੀਂ ਤੁਹਾਡੇ ਕੋਲੋਂ ਨਹੀਂ ਸੁਣਨਾ। ਮੈਨੂੰ ਕਈ ਦਫਾ ਜਹਾਜ਼ 'ਚ ਜਾਂ ਸਫ਼ਰ ਦੌਰਾਨ ਕੋਈ ਪ੍ਰੇਮੀ ਮਿਲ ਜਾਂਦੇ ਨੇ ਤੇ ਮੈਨੂੰ ਕਹਿੰਦੇ ਨੇ ਵੀ ਕੋਈ ਸਾਨੂੰ ਪਟਨਾ ਸਾਹਿਬ ਦੀ ਕਥਾ ਸੁਣਾ ਦਿਓ, ਤੇ ਮੈਂ ਨਾਲੇ ਸੁਣਾਈ ਜਾਂਦਾ ਉਹਨਾਂ, ਨਾਲੇ ਸਾਰੀਆਂ ਤਸਵੀਰਾਂ ਵੀ ਦਿਖਾਈ ਜਾਂਦਾ ਵੀ ਇਹ ਦੇਖੋ, ਇਹ ਜਨਮ ਅਸਥਾਨ, ਇਹ ਤਖਤ, ਇਹ ਹਰਿਮੰਦਰ, ਇਹ ਲੰਗਰ, ਇਹ ਸਾਰਾ ਡੇਟਾ ਮੇਰੇ ਕੋਲ ਹੈਗਾ। ਜਿੰਨਾ ਚਿਰ ਅਗਲਾ ਨਾ ਕਹਿ ਦੇਵੇ ਵੀ ਠੀਕ ਹੈ ਜੀ ਹੁਣ ਬਾਅਦ 'ਚ ਦੇਖਾਂਗੇ, ਮੈਂ ਨਹੀਂ ਹਟਦਾ ਹੁੰਦਾ। ਤੇ ਮਨ 'ਚ ਵਿਚਾਰ ਇਹ ਆਉਂਦਾ ਵੀ ਕੀ ਪਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹੀ ਇਹਦੇ ਰਾਹੀਂ ਸੁਣ ਰਹੇ ਹੋਣ ਤੇ ਮੈਂ ਨਿਮਾਣਾ ਜਿਹਾ ਨਾ ਕਰ ਦੇਵਾਂ, ਫਿਰ ਮੇਰਾ ਕੀ ਬਣੇਗਾ। ਮੇਰੇ ਮਨ ਵਿੱਚ ਵਿਚਾਰ ਇਹ ਆ ਜਾਂਦਾ। ਇਹੀ ਕਾਰਨ ਹੈ ਵੀ ਮੇਰੀ ਡਿਊਟੀ ਨਹੀਂ ਹੁੰਦੀ ਕਥਾ ਕਰਨ ਦੀ, ਡਿਊਟੀ ਕਥਾਵਾਚਕ ਜਿਹੜੇ ਪ੍ਰੋਮੀਨੈਂਟ ਨੇ ਉਹਨਾਂ ਦੀ ਹੁੰਦੀ, ਲਿਸਟ ਉਹਨਾਂ ਦੀ ਬਣਦੀ ਹੈ। ਫਿਰ ਸੰਗਤਾਂ ਦੀਆਂ ਕਾਲਾਂ ਆ ਜਾਂਦੀਆਂ, ਸਿੰਘ ਸਾਹਿਬ ਤੁਸੀਂ ਕਥਾ ਨਹੀਂ ਸੁਣਾਈ, ਕਿੱਥੇ ਗਏ ਹੋ? ਤੇ ਮੈਂ ਫਿਰ ਭੱਜਦਾ ਹੋਇਆ ਆ ਜਾਂਦਾ ਵੀ ਇਹ ਕੋਈ ਹੋਰ ਨਹੀਂ ਕਹਿ ਰਿਹਾ, ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹੀ ਕਹਿ ਰਹੇ, ਆਪ ਹੀ ਕਿਰਪਾ ਕਰ ਰਹੇ। ਸਤਿਗੁਰੂ ਆਪਣੀ ਕਥਾ ਆਪ ਬਖਸ਼ਦੇ ਨੇ, ਆਪ ਸੁਣਾਉਂਦੇ ਨੇ, ਆਪ ਵਰਤਦੇ ਨੇ ਤੇ ਆਪ ਹੀ ਸੁਣਦੇ ਨੇ। ਬਾਬਾ ਬੁੱਢਾ ਸੁਣਾਉਂਦੇ ਰਹੇ ਤੇ ਮਹਾਰਾਜ ਪ੍ਰਸੰਨ ਹੁੰਦੇ ਰਹੇ। 3 ਘੰਟੇ ਮਹਾਰਾਜ ਦੀ ਸਮਾਧੀ ਲੱਗੀ ਰਹੀ। ਫਿਰ ਵਾਹ ਬਾਬਾ ਜੀ, ਵਾਹ ਬਾਬਾ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮਾਧੀ ਤੋਂ ਉਥਾਨ ਹੁੰਦਿਆਂ ਫਰਮਾਇਆ ਤੇ ਸਾਰੀਆਂ ਸੰਗਤਾਂ ਨੇ ਵੀ ਉੱਚੀ ਆਵਾਜ਼ ਵਿੱਚ ਆਖਿਆ, ਧੰਨ ਬਾਬਾ ਬੁੱਢਾ ਸਾਹਿਬ, ਧੰਨ ਬਾਬਾ ਬੁੱਢਾ ਸਾਹਿਬ, ਧੰਨ ਬਾਬਾ ਬੁੱਢਾ ਸਾਹਿਬ। ਇਹ ਵੀ ਸਤਿਗੁਰੂ ਜੀ ਦੀ ਵਡਿਆਈ ਹੈ, ਆਪਣੇ ਸੇਵਕਾਂ ਦੀ ਵਡਿਆਈ ਕਰਾ ਕੇ ਆਪ ਖੁਸ਼ ਹੁੰਦੇ। ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਆਪਣੀ ਵਡਿਆਈ ਪ੍ਰਭ ਭਾਵੰਦੀ, ਜਨ ਕਾ ਜੈਕਾਰ ਕਰਾਈ। ਆਪਣੇ ਸੇਵਕਾਂ ਦੀ ਵਡਿਆਈ ਵੀ ਸਤਿਗੁਰੂ ਆਪ ਹੀ ਕਰਵਾਉਂਦੇ ਨੇ ਤੇ ਜਿਹੜੇ ਸੇਵਕਾਂ ਦੀ ਵਡਿਆਈ ਕਰਦੇ ਨੇ ਗੁਰੂ ਵਾਸਤੇ ਖੁਸ਼ ਬਹੁਤ ਹੁੰਦੇ।
ਜਿਵੇਂ ਮਾਂ ਦੇ ਬੱਚੇ ਦੀ ਕੋਈ ਤਾਰੀਫ ਕਰੇ ਨਾ, ਮਾਂ ਬਹੁਤ ਖੁਸ਼ ਹੁੰਦੀ ਹੈ ਵੀ ਮੇਰੇ ਬੱਚੇ ਨੂੰ ਸਲਾਹਿਆ, ਮੇਰੇ ਬੱਚੇ ਨੂੰ ਵਡਿਆਇਆ, ਮੇਰੇ ਬੱਚੇ ਨੂੰ ਖਿਡਾਇਆ। ਗਾਥਾਵਾਂ ਸੁਣਾ ਕੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਹਾਰਾਜ ਹੁਣ ਮੇਰੇ ਕੋਲ ਹੋਰ ਸਮਰੱਥਾ ਨਹੀਂ, ਸਰੀਰ ਕਮਜ਼ੋਰ ਹੋ ਗਿਆ, ਤੇ ਇੱਕ ਬੇਨਤੀ ਹੈ, ਜੇ ਮੇਰੀ ਮੰਨ ਲਵੋ, ਹੁਣ ਮੈਂ ਆਗਿਆ ਲੈ ਰਿਹਾ ਤੇ ਇੱਕ ਮੇਰੀ ਬੇਨਤੀ ਪ੍ਰਵਾਨ ਕਰ ਲਓ। ਤੇ ਸਾਹਿਬ ਕਹਿਣ ਲੱਗੇ, ਦੱਸੋ। ਕਹਿਣ ਲੱਗੇ, ਇੱਕ ਵਰਦਾਨ ਦੇ ਦਿਓ ਤੇ ਸਫਲਾ ਕਰ ਦੇਣਾ, ਉਹ ਵਰਦਾਨ ਮੇਰਾ ਪੂਰਾ ਕਰ ਦੇਣਾ। ਸਿੱਖ ਹਿਰਦਾ ਨਾ ਸੇ ਜਾਮਿਆਂ ਨੂੰ ਤਿਲਕ ਦੇਣ ਦਾ ਪੰਜ ਗੁਰੂ ਸਾਹਿਬਾਨਾਂ ਨੂੰ ਮਾਣ ਬਾਬਾ ਜੀ ਨੂੰ ਮਿਲਿਆ। ਦੁਨੀਆ ਦੀ ਇਹ ਪਹਿਲੀ ਸ਼ਖਸੀਅਤ ਹੈ ਬਾਬਾ ਬੁੱਢਾ ਸਾਹਿਬ। ਬਾਕੀ ਸਭ ਯੋਗੀਆਂ, ਮਹਾਯੋਗੀਆਂ, ਪੀਰਾਂ, ਦਸਤਗੀਰਾਂ ਨੇ। ਸਫਲ ਹੋਏ ਹੋਏ ਮਨੁੱਖਾਂ ਨੇ, ਸਿੱਧੀਆਂ ਪ੍ਰਾਪਤ ਮਨੁੱਖਾਂ ਨੇ ਗੁਰੂ ਨਾਨਕ ਦੀ ਵਡਿਆਈ ਕੀਤੀ। ਸਿੱਧ ਬੋਲਣ, ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਪਰ ਇਹ ਕਿਸ ਤਰ੍ਹਾਂ ਦੀ ਅਧਿਆਤਮਕ ਹਸਤੀ ਹੋਵੇਗੀ ਬਾਬਾ ਬੁੱਢਾ, ਕਿਸ ਬੁਲੰਦ ਆਤਮਕ ਅਵਸਥਾ ਦੇ ਮਹਾਨ ਸਿੰਘਾਸਣ ਤੇ ਬੈਠੇ ਹੋਣਗੇ ਬਾਬਾ ਬੁੱਢਾ। ਗੁਰੂ ਨਾਨਕ ਨੇ ਦੇਖਦਿਆਂ ਇਹਦੀ ਤਾਰੀਫ ਕੀਤੀ, ਆਖਿਆ ਤੁਹਾਡਾ ਨਾਮ ਹੀ ਬੁੱਢਾ ਨਹੀਂ, ਤੁਸੀਂ ਤਾਂ ਹੈਗੇ ਵੀ ਬਜ਼ੁਰਗ ਹੋ। ਉਸ ਦਿਨ ਤੋਂ ਹੀ ਨਾਮ ਬਾਬਾ ਬੁੱਢਾ ਪੈ ਗਿਆ। ਉਹ ਕਿੰਨਾ ਸਿਆਣਾ, ਦਾਨਾ, ਪ੍ਰੇਮ ਭਰਿਆ ਹਿਰਦਾ ਹੋਵੇਗਾ ਜਿਹਨੂੰ ਨਾਨਕ ਗੁਰੂਦੇਵ ਮਹਾਰਾਜ, ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੂੰ ਬਜ਼ੁਰਗ ਕਹਿ ਰਹੇ ਨੇ। ਸੋਚਣ ਵਾਲੀ ਗੱਲ ਇਹ ਹੈ, ਅਨੰਤ ਬ੍ਰਹਿਮੰਡ ਗੁਰੂ ਨਾਨਕ ਦੀ ਵਡਿਆਈ ਕਰ ਰਹੇ ਨੇ ਤੇ ਗੁਰੂ ਨਾਨਕ ਬਾਬਾ ਬੁੱਢਾ ਦੀ ਵਡਿਆਈ ਕਰ ਰਹੇ ਨੇ। ਇਸ ਨੁਕਤੇ ਨੂੰ ਸਮਝਣਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਸੁਨ ਸ੍ਰੀ ਹਰਗੋਬਿੰਦ ਬਖਾਨਾ, ਤੁਮ ਤੇ ਨਹਿ ਅਦੇਯ ਹਮ ਜਾਨਾ। ਬਾਬਾ ਬੁੱਢਾ ਜੀ, ਕੋਈ ਐਸੀ ਵਸਤੂ ਹੀ ਨਹੀਂ ਹੈ ਜੋ ਤੁਹਾਨੂੰ ਨਾ ਦਿੱਤੀ ਜਾ ਸਕਦੇ। ਤੇ ਨਾਲੇ ਇਹ ਵੀ ਕਹਿ ਦਿੱਤਾ, ਤਨ ਮਨ ਧਨ ਜੇ ਤੱਕ ਹੈ ਮੇਰੇ, ਕਿਰਪਾ ਆਪ ਕੀ ਤੇ ਨਿਤ ਹੇਰੇ। ਹੇ ਬਾਬਾ ਜੀ, ਸਾਡੇ ਕੋਲੇ ਤਨ, ਪਰਵਰਿਸ਼ ਤੁਸੀਂ ਕੀਤੀ ਹੈ, ਪਾਲਿਆ ਤੁਸੀਂ ਹੈ। ਇਹ ਪ੍ਰੇਮ ਭਿਜਿਆ ਮਨ, ਸਿੱਖਿਆ ਤੁਸੀਂ ਦਿੱਤੀ ਹੈ, ਤੇ ਇਹ ਸਾਰਾ ਧਨ ਵੀ ਤੁਹਾਡੀ ਕਿਰਪਾ ਕਰਕੇ। ਇਹ ਨਾ ਸੋਚਣਾ ਬਈ ਸੇਵਾ ਜਾਮਾ ਹੀ ਇਹ ਗੱਲ ਕਹਿ ਰਿਹਾ, 10ਵੇਂ ਜਾਮੇ ਨੇ ਵੀ ਇਹ ਗੱਲ ਕਹੀ ਹੈ, ਮੋਹ ਗ੍ਰਹਿ ਮੈਂ ਸਿਰ ਤਨ ਤੇ ਮਨ ਤੇ ਸਿਰ ਲੋ ਧਨ ਹੈ ਸਭ ਹੀ ਇਨਹੀ ਕੋ। ਇਹ ਕੋਈ ਵੱਖਰੀ ਗੱਲ ਨਹੀਂ ਮਹਾਰਾਜ ਕਰਦੇ ਪਏ। ਭਾਈ ਸਾਹਿਬ ਜੀ ਨੇ ਗੁਰੂ ਸਿਧਾਂਤ ਬੜੀ ਗਹਿਰਾਈ ਨਾਲ ਅਧਿਐਨ ਕੀਤਾ ਤੇ ਫਿਰ ਗੁਰੂ ਨੇ ਲਿਖਣ ਦੀ ਕਲਾ ਦਿੱਤੀ। ਮਹਾਰਾਜ ਕਹਿਣ ਲੱਗੇ, ਤਨ ਮਨ ਧਨ ਜੇ ਤੱਕ ਹੈ ਮੇਰੇ, ਕਿਰਪਾ ਆਪ ਕੀ ਤੇ ਨਿਤ ਹੇਰੇ। ਤੇ ਫਿਰ ਇਹ ਵੀ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿ ਦਿੱਤਾ, ਬਾਬਾ ਜੀ ਮੈਨੂੰ ਆਪਣਾ ਸੇਵਕ ਸਮਝੋ। ਜੇ ਸਿੱਖ ਮਹਾਨ ਹੈ ਤੇ ਸਤਿਗੁਰੂ ਜੀ ਦੀ ਵੀ ਕਿੰਨੀ ਵੱਡੀ ਮਹਾਨਤਾ ਹੈ। ਸਾਰਾ ਬ੍ਰਹਿਮੰਡ ਉਹਨਾਂ ਨੂੰ ਪਾਰ ਬ੍ਰਹਮ ਪਰਮੇਸ਼ਵਰ ਜੋਤ ਸਮਝਦਿਆਂ ਹੋਇਆਂ ਇਸ ਅਸਲੀਅਤ ਨੂੰ ਉਹਨਾਂ ਨੂੰ ਸਜਦਾ ਕਰਦਾ। ਚੋਟੀ ਦੇ ਵਿਦਵਾਨ ਕਹਿੰਦੇ ਨੇ, ਪੱਗ ਤੇਰੀ ਕੀਏ ਜਹਾਂਗੀਰ ਦੀ। ਤੇ ਉਹ ਸਤਿਗੁਰੂ ਕਿਤਨਾ ਨਿਰਮਾਣਤਾ ਭਰਿਆ ਹਿਰਦੇ ਦਾ ਪ੍ਰਗਟਾਵਾ ਕਰਦੇ ਨੇ। ਹੱਥ ਜੋੜ ਕੇ ਕਹਿਣ ਲੱਗੇ, ਮੋਕੋ ਸੇਵਕ ਆਪਨ ਪਛਾਨੋ। ਬਾਬਾ ਜੀ ਮੈਂ ਤੁਹਾਡਾ ਸੇਵਾਦਾਰ। ਇਹੋ ਜਿਹਾ ਗੁਰੂ ਮਿਲ ਸਕਦਾ ਕਿਧਰੇ? ਗੁਰੂਆਂ ਦੀਆਂ ਤੇ ਟਿਕਟਾਂ ਲੱਗੀਆਂ ਹੋਈਆਂ ਨੇ ਬਈ ਜਿਹਨੇ ਬਾਲਕੋਨੀ 'ਚ ਬਹਿ ਕੇ ਦਰਸ਼ਨ ਕਰਨਾ, ਇੰਨੀ ਟਿਕਟ। ਗੁਰੂ ਨਾ ਹੋ ਗਏ ਭਿੰਡੀਆਂ ਆਲੂ ਹੋ ਗਏ, ਵੀ ਆਲੂ ਇੰਨੇ ਦੇ, ਭਿੰਡੀਆਂ ਇੰਨੇ ਦੀਆਂ, ਗਾਜਰਾਂ ਇੰਨੇ ਦੀਆਂ, ਮੂਲੀਆਂ ਇੰਨੇ ਦੀਆਂ। ਗੁਰੂ ਥੋੜ੍ਹੀ ਹੋ ਗਏ। ਵੱਡੇ ਵੱਡੇ ਇਹਨਾਂ ਦੇ ਡੇਰੇ ਜਿਹੜੇ ਨੇ ਦੁਰਾਚਾਰ ਦੇ ਅੱਡੇ ਬਣੇ ਹੋਏ ਨੇ।
पहले लोकी मत्थे टेकते ने, बाद च मत्था धुनते ने भी किनू मत्था टेकते रहे तो दुराचारी निकलिया। बहुत सारे इस तरह के जेलों च बैठे हुए ने जेरे बाहरों बड़ा दिखावा, बड़ी सुच, बड़ी लागे कोई नहीं आ सकता, पर बाद विच गुफावां बणियां लोकां नूं भी दिख जांदियां। इस तरह के पखंडी बनते आए ने। गुरु साहब वेले भी 22 मंजियां लग गई सन, कोई वड्डी गल नहीं। पर मक्खण शाह वर्गे हिरदे भी ने जिहड़े सारियां कोल देख के फिर प्रभु चरनां च रो के पुकार की, सच्चा पातशाह मैं तैनूं नहीं लभ सकिया, तू मैनूं लभ लै। मैं नहीं मिल सकिया, तू मिल मैनूं, तू मिल। मिल मेरे प्रीतमा जियो, तुझ बिन खरी निमाणी। मैं नैणी नींद ना आवे जियो, भावे अन्न ना पानी। मैनूं तू मिल, तू पुकार दे, आवाज़ दे, मैं आ जावां। ते आवाज़ आ गई खिड़की विचों, शाम दा वेला सी। पई प्रापत मानुख दे हुरिया, गोबिंद मिलन किए हो तेरी बरिया। अवर काज तेरे किते न काम, मिल साध संगत भज केवल नाम। सरंजाम लाग पव जल तरन के, जन्म वृथा जात रंग माया। बड़ी लय विच गा के सुरीली आवाज़ करना विच पई, जप तप संजम धर्म ना कमाया। सेवा साध न जानिया हर राया। कहो नानक हम नीच करमा, शरण परे की। भाई मक्खण शाह दियां चीखां निकल गईयां, गुरु की आवाज़ आ गई, गुरु की आवाज़ आ गई। गुरु ने बुला लिया, गुरु की पुकार है। ते किसे कोलों पुछया कौन ये बाणी पढ़ रहा, उन्हें कहा ये भी गुरु के परिवार चो ही ने, पर बाहर घट ही आते हैं। लोकी तो इन्हों शदाई भी कह छड़ते। भगतां ते संसारियां जोड़ कदे ना आया। दरवाज़ा खुला ही रखते ने, भावें भिड़िया होंदा पर कुंडी नहीं लगी होंदी, खड़काओगे खुल जाएगा। ते बेबलता लैके तड़प लैके हों रह ना सका बिन देखे प्रीतमा। मैं नीर वह वह चले जियो। तड़प लैके दरवाजे नूं हथ लाया तो खुल गया। राजियां महाराजियां दे दरवाजे बड़ियां एप्लीकेशनां देण दे बाद भी नहीं खुलते, लागे नहीं लगन देंदा कोई। साल च एक बारी दरवाजे ते आके हथ जोड़ते हैं, मुड़ के 5 साल हथ जुड़वाते रहते हैं, लागे कोई नहीं लगता। सैकड़ों गर्जमंद मिलते हैं, काम के शख्स चंद मिलते हैं। जब भी मुसीबत का वक्त आता है सबके दरवाजे बंद मिलते हैं, सब बुए बंद हो जाते। तुसी देख लो है करोना च की होया, चर्चा बंद, मंदिर बंद, मस्जिदां बंद, दुनिया दे अदारे बंद, बिजनेस कंपलैक्स बंद, जहाज बंद, रेलां बंद, सड़कां बंद। कोई खुलिया और एक दरवाज़ा बंद नहीं होया। सब रस्ते बंद होने करके भावें दरवाजे तक कोई नहीं पहुंचया, पर गुरु नानक गुरु गोबिंद सिंह महाराज अपने सिखां दे रूप विच बंद होया दरवाज़ियां तक लंगर लैके आप चले गए। आखिया थोड़े लिए दुनिया के दरवाजे बंद, मेरे थोड़ी बंद। देखे कोई दरवाज़ा बंद होया? गुरुद्वारियां दे लंगर बंद नहीं होए, परिवारां ने अखां बंद कर लईआं। अपने बजुर्गां दियां लाशां लैण तो ना कर दिती ते गुरु नानक गुरु गोबिंद सिंह महाराज अपने सिखां दे रूप विच मुर्दा घरां दे अगे आ गए। आख्या कोई गल नहीं, ये लाशां सानू दिओ, असीं संस्कार कर देने। हज़ारां ही लाशां दा संस्कार अपने सिखां दे रूप च वरत के गुरु नानक गुरु गोबिंद सिंह जी ने किया। ये दरवाज़ा बंद नहीं होता, कुंडी नहीं लगती।
सब ਲਈ सदा ही खुलिया रहता है। मक्खण शाह ने उच्ची आवाज नाल कहा, उन्हां पखंडियां ने कहा ना ना लेना, मुंह काला हो जाएगा। ते मक्खण शाह कहन लगे, मैं गोरे मूँह का अचार पाउणा, मैं करना की है जे गोरे मूँह नूं, जे मैं गुरु की गल ही नहीं कर सकता। कोठे ते चढ़ के कहा, गुरु लद हो रे, गुरु लद हो रे, गुरु लद हो रे। क्योंकि सिखां नूं माण देण वाला गुरु संसार ते कोई है, ते उहदा नाम गुरु नानक, गुरु गोबिंद सिंह ते हुण गुरु ग्रंथ साहिब है। सारे जने मिल के वड्डा जयकारा बुलाओ। साहिब कहन लगे, बाबा जी मैनू अपना दास ही समझो, मोको सेवक अपन पछानो, जिम चाहत तिम हो। ग्रह नक्षत्र तारे सियारे गुरु साहिब जी की आग्या विच ने, पर गुरु साहिब अपने सिख नूं कहते हैं, मैनू हुक्म करो मैं की करा। दुनिया ते इहो जिहा गुरु नहीं लभ्या जा सकता। ते ऐसे गुरु नूं छड्ड के, सतगुरु साहिब छड्ड के फिर मनमुख ही है ना जिहड़ा बंदे दा बंदा होंदा फिरे। जिम चाहत तिम हुक्म बखानो, सुनत बिरध ने किए वड्याई। फिर बाबा बुढ़ा जी दे भी बुजुर्ग नेत्रां जल आ गया ते वड्याई करन लगे। यही रीत रावर बन आई। ये जिहड़ी रीत है ना अपने सेवकां नूं मान देना, ये तुहानूं ही बन आई है, होर किसे कोल नहीं। किन्ने महाबोल ने, मन करदा है लिखण वाले नूं भी सजदा करिए जिन्हें वड्याई लिखी है, जिन्हें महिमा लिखी है। अब कुछ नहीं सनातन है, वेद पुराण संत सब का है। जन की अपने ते अधिकाई, करत कृपा कर सब लख पाई। सारियां ते तुसी अपने सेवकां ते किरपा करदे हो। हुण इस वेले आप बैठे हो ना, महाराज दा जस सुन रहे हो, ते गुरु गोबिंद सिंह महाराज जी ने तुहानूं अपनी गोद 'च बिठाया होया, मेहर नाल बिठाया होया। अगे सरवण करिए पेशतर। आखो धन गुरु हरगोबिंद साहिब जी महाराज। मन मेरे मह बस हूँ गुसाई। इत्यादक महिमा दे बोल आखे ते आख्या, हे जगत दे मालक, मेरे हिरदे विच तुहाडे चरण वसे रहण। सथिर सुमेर समान सदाई। तुहाडे चरनां दा आसरा सुमेर वर्गा है, वो सदा ही मजबूत आसरा मेरे हिरदे विच बनिया रहे। जब मेरो कब आए संदेशा। महाराज सच्चे पातशाह जदों मेरा दरगाह तो संदेशा आवेगा, मेरी उम्र वड्डी हो गई है, हुण शरीर का त्यागण का समा नेड़े नेड़े आ रहा है। मैनू लगता है कई बारी धड़कन रुक जाती है साहिब, पता चल रहा है भी हुण समा नेड़े आ रहा। सच्चे पातशाह मेरा जदों संदेशा आवे तो मैं तुहानूं याद करा। हुण इतना समा तो हुंदा नहीं भी संदेशा उधरों आ जाए, फिर लिख के बंदा भेजा जाए, फिर साहिब जी कोल पहुंचे तो फिर वो आवन। नाले इत्थे तां कट कट के अंतर की जानत, भले बुरे की पीर पछानत। महाराज जदों मेरा संदेशा आवे ना ते मैं तुहानूं याद करा, मेरा हिरदे दा संदेश तुहाडे तक पहुंचे। सुनो गरीब निवाज असेसा। गुरु पातशाह ध्यान नाल चंगी तरह मेरा संदेश सुन लैण। आप वड्डे हो, बड़ियां वड्डियां बरकतां कदमां विच ने, बहुत व्यस्तता हुंदी है। सच्चे पातशाह मेरा सुन लेना। जिवें असीं अपने सज्जणा मित्रां नूं, परिवारक मैंबरां नूं कहंदे आ बई तू तां मेरा फोन चुकदा नहीं, हुण जद बैल वजेगी चुक लई, ते असीं फिर ध्यान रखदे आ। असीं कहंदा लै देख लै पहली बैल ते चुक लिया कि नहीं चुक लिया। अगला कहंदा हाँ 4-4 दिन नहीं भी तो चुकिया। महाराज सच्चे पातशाह जदों मेरा संदेशा आवे तो फिर उस वेले
ਸੁਣ ਲੈਣਾ। ਤਬ ਜਿਉ ਕਿਉ ਕਰ ਦਰਸ਼ਨ ਦੀਜੈ। ਜਦੋਂ ਮੇਰੇ ਜਾਣ ਦਾ ਸੰਦੇਸ਼ ਆਵੇਗਾ, ਮੇਰਾ ਹਿਰਦਾ ਤੁਹਾਨੂੰ ਬੁਲਾਵੇਗਾ, ਤੇ ਮੈਨੂੰ ਪੂਰਾ ਭਰੋਸਾ ਹੈ ਵੀ ਮੇਰਾ ਬਾਜਾਂ ਵਾਲਾ, ਮੇਰੀ ਪੀਰੀ ਦਾ ਮਾਲਕ ਦੀਦਾਰ ਦੇਣ ਆ ਜਾਏਗਾ। ਜਿਵੇਂ ਮਰਜ਼ੀ ਹੋਵੇ ਮਹਾਰਾਜ ਸੱਚੇ ਪਾਤਸ਼ਾਹ, ਜਿਵੇਂ ਮਰਜ਼ੀ ਵਿਅਸਤਤਾ ਹੋਵੇ, ਤੁਸੀਂ ਕਿੰਨੇ ਹੀ ਬਿਜ਼ੀ ਹੋਵੋ, ਕਿੰਨੇ ਹੀ ਜ਼ਰੂਰੀ ਰੁਝੇਵਿਆਂ ਵਿੱਚ ਹੋਵੋ, ਮੈਨੂੰ ਗਰੀਬ ਸਿੱਖ ਨੂੰ ਦਰਸ਼ਨ ਦੇਣ ਆ ਜਾਣਾ ਸਭ ਕੁਝ ਛੱਡ ਕੇ। ਗੁਰੂ ਸਾਹਿਬ ਸਭ ਕੁਝ ਛੱਡ ਕੇ ਆ ਜਾਂਦੇ ਹੁੰਦੇ। ਜਦੋਂ ਭਾਈ ਰੂਪਾ ਤੇ ਭਾਈ ਸਾਧੂ ਪਿਆਸ ਨਾਲ ਬੇਵਲ ਹੋ ਗਏ ਨਾ, ਹੁਣ ਕੋਈ ਹੀਰੇ ਜਵਾਹਰਾਤ ਤਾਂ ਨਹੀਂ ਉਹਨਾਂ ਨੇ ਦਿੱਤੇ, ਘੜੇ ਨੂੰ ਹੱਥ ਲਾਇਆ, ਟਿੰਡ ਨੂੰ ਠੰਡਾ ਲੱਗਿਆ, ਤੇ ਮਨ ਵਿੱਚ ਪਹਿਲੇ ਭਾਈ ਸਾਧੂ ਦੇ ਆ ਗਿਆ ਵੀ ਇਹ ਪਾਣੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛਕਣ ਵਾਲਾ, ਇੰਨੀ ਗਰਮੀ 'ਚ ਇੰਨਾ ਠੰਡਾ ਪਾਣੀ। ਉਹ ਨੈਚੁਰਲ ਵਾਟਰ ਕੂਲਰ ਹੈ ਜਿਹੜਾ ਘੜਾ ਅਸੀਂ ਭੰਨ ਛੱਡਿਆ ਤੇ ਫਰਿੱਜ ਦੇ ਵਿੱਚ ਪਾਣੀ ਰੱਖਦੇ ਆ ਤੇ ਫਰਿੱਜ ਹੀ ਹੋ ਗਏ, ਹਿੱਲਿਆ ਨਹੀਂ ਜਾਂਦਾ ਕਿਸੇ ਪਾਸੇ, ਸਿੱਧਾ ਜੋੜਾਂ 'ਚ ਜਾ ਵੱਜਦਾ। ਫਰਿੱਜ 'ਚੋਂ ਕੱਢ ਕੇ ਤੇ ਖਲੋਤੇ ਖਲੋਤੇ ਪੀ ਲੈਂਦੇ ਆ ਤੇ ਫਿਰ ਉਹ ਗੋਡਿਆਂ 'ਚ ਵੜ ਜਾਂਦਾ। ਜਿਹੜਾ ਖਲੋ ਕੇ ਪਾਣੀ ਪੀਵੇ, ਵੈਦ ਕਹਿੰਦੇ ਨੇ ਉਹਦੇ ਗੋਡੇ ਠੀਕ ਨਹੀਂ ਹੁੰਦੇ। ਘੜੇ ਦਾ ਪਾਣੀ ਹੁੰਦਾ ਸੀ, ਹੁਣ ਵੀ ਰੱਖਿਆ ਜਾ ਸਕਦਾ, ਕੋਈ ਬਹੁਤੀ ਗੱਲ ਨਹੀਂ। ਹੱਥ ਲਾਇਆ ਤੇ ਪਾਣੀ ਯੱਖ ਠੰਡਾ, ਤੇ ਮਨ ਨੇ ਕਿਹਾ ਉਹ ਸਾਧੂ ਤੇਰੇ ਪੀਣ ਵਾਲਾ ਤਾਂ ਇਹ ਪਾਣੀ ਨਹੀਂ, ਇਹ ਤਾਂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪੀਵਣ। ਇਸ ਤਰ੍ਹਾਂ ਦੋਹਾਂ ਪਿਓ ਪੁੱਤਰਾਂ ਨੇ ਇਹੀ ਭਾਵਨਾ ਬਣਾਈ ਤੇ ਪਾਣੀ ਸਾਹਮਣੇ ਰੱਖ ਕੇ ਤੇ ਪੁਕਾਰਨ ਲੱਗ ਪਏ, ਬਾਜਾਂ ਵਾਲੇ ਮੇਰੀਆਂ ਪੀਰੀਆਂ ਦੇ ਦਾਤੇ, ਪਾਣੀ ਤੇਰੇ ਪੀਣ ਵਾਲਾ ਹੈ। ਤੇ ਇੰਜ ਕਹਿੰਦੇ ਕਹਿੰਦੇ ਗਲਾ ਖੁਸ਼ਕ ਹੋ ਗਿਆ। ਪ੍ਰਾਣ ਜਾਣ ਤੱਕ ਦੀ ਅਵਸਥਾ ਬਣ ਗਈ ਤੇ ਕਾਫੀ ਮੀਲਾਂ ਦੂਰ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਬਿਨਾਂ ਘੋੜੇ ਤੇ ਕਾਠੀ ਪਾਇਆ, ਬਿਨਾਂ ਰਕਾਬ ਪਾਇਆ, ਸਰਪਟ ਘੋੜਾ ਦੌੜਾ ਕੇ ਆ ਪਹੁੰਚੇ ਤੇ ਆਪਣੇ ਹੱਥਾਂ ਵਿੱਚ ਘੜਾ ਚੁੱਕ ਕੇ ਆਪ ਨਹੀਂ ਪਹਿਲੇ ਪੀਤਾ, ਆਖਣ ਲੱਗੇ ਭਾਈ ਰੂਪਾ ਭਾਈ ਸਾਧੂ ਮੈਂ ਆ ਗਿਆ, ਪਹਿਲੇ ਤੁਸੀਂ ਪਾਣੀ ਪੀਓ ਫਿਰ ਮੈਂ ਪੀ ਲਵਾਂਗਾ। ਕਿਤੇ ਸਿੱਖ ਪੁਕਾਰ ਰਹੇ ਨੇ ਮਹਾਰਾਜ ਪਾਣੀ ਪੀਵੋ, ਤੇ ਕਿੱਥੇ ਮਹਾਰਾਜ ਆਪ ਘੜਾ ਉਠਾ ਕੇ ਆਪਣੀ ਓਕ ਉਹਨਾਂ ਦੇ ਹੋਠਾਂ ਨਾਲ ਲਾ ਕੇ ਤੇ ਪਾਣੀ ਦਿੰਦੇ ਪਏ ਨੇ, ਤੁਸੀਂ ਪੀ ਲਓ ਫਿਰ ਮੈਂ ਪੀ ਲਵਾਂਗਾ। ਇਹੋ ਜਿਹਾ ਸਿੱਖ ਮਿਲ ਸਕਦਾ ਹੈ ਤੇ ਇਹੋ ਜਿਹਾ ਗੁਰੂ ਮਿਲ ਸਕਦਾ। ਸੰਦੇਸ਼ ਸੁਣਦਿਆਂ ਹੀ ਆ ਜਾਵਣ ਮਹਾਰਾਜ, ਉਸ ਵੇਲੇ ਦੇਰ ਨਾ ਕਰਨਾ, ਜਿਵੇਂ ਕਿਵੇਂ ਹੋਵੇ ਤਬ ਜਬ ਕਿਉਂ ਕਰ ਦਰਸ਼ਨ ਦੀਜੈ। ਮੈਨੂੰ ਮਹਾਰਾਜ ਭੁਲਾਉਣਾ ਨਾ, ਵਿਸਾਰਨਾ ਨਾ, ਮੇਰੀਆਂ ਤਰੰਗਾਂ ਪਹੁੰਚਣ, ਮੇਰੀ ਤੜਪ ਪਹੁੰਚੇ। ਮੈਂ ਹੁਣ ਆਉਣ ਜੋਗਾ ਸਰੀਰ ਨਹੀਂ ਰਿਹਾ, ਤੁਹਾਡੇ ਕੋਲ ਆਵਾਂ, ਆਪ ਆ ਕੇ ਜਿਸ ਹਾਲਤ ਵਿੱਚ ਵੀ ਉਹ ਦਰਸ਼ਨ ਬਖਸ਼ਣੇ। ਇਹ ਬੇਨਤੀ ਮੇਰੀ ਸੁਣ ਲੀਜੈ। ਮਹਾਰਾਜ ਇਹ ਮੇਰੀ ਬੇਨਤੀ ਹੈ, ਸੁਣ ਲੋ। ਇਮ ਹੀ ਹੋਏ ਕਹਿਓ ਗੁਰ ਜਬੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਠੀਕ ਹੈ, ਫਿਰ ਜਦੋਂ ਕੁਝ ਐਸੀ ਗੱਲ ਹੋਵੇਗੀ ਤੁਹਾਡਾ ਸੰਦੇਸ਼ਾ ਪਹੁੰਚੇਗਾ ਤਾਂ ਇੰਝ ਹੀ ਕਰਾਂਗੇ। ਬਚਨ ਲੈ ਲਿਆ ਮਹਾਰਾਜ ਕੋਲ, ਜਦੋਂ ਤੁਹਾਡਾ ਸੰਦੇਸ਼ ਆਵੇਗਾ ਤੁਸੀਂ ਕੋਈ ਵੀ ਸਿੱਖ ਹੋ ਨਾ, ਗੁਰਦੁਆਰਾ ਸਾਹਿਬ ਜਾਓ ਤੇ ਜਾ ਕੇ ਬੇਨਤੀ ਕਰੋ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਚਰਨ ਪਵਾਉਣੇ ਨੇ। ਭਾਵੇਂ ਮਾਮੂਲੀ 2 ਸ਼ਬਦ ਪੜ੍ਹ ਕੇ ਕੜਾਹ ਪ੍ਰਸਾਦ ਦੀ ਦੇਗ ਹੀ ਕਰਾ ਲਓ, ਵੱਡਾ ਕੋਈ ਨਾ ਹੀ ਸਮਾਗਮ ਹੋਵੇ। ਤੇ ਗਰੀਬ ਤੋਂ ਗਰੀਬ ਸਿੱਖ ਹੋਵੇ ਤੇ ਮਹਾਰਾਜ ਗ੍ਰੰਥੀ ਸਿੰਘ ਦੇ ਹਿਰਦੇ 'ਚ ਵਸ ਕੇ ਉਸੇ ਵੇਲੇ ਹੀ ਹਾਂ ਕਰ ਦਿੰਦੇ ਨੇ, ਕਹਿੰਦੇ ਠੀਕ ਹੈ ਚਲੋ ਅਸੀਂ ਆ ਰਹੇ। ਨਾ ਕਰਦੇ ਕਿਸੇ, ਗਮੀ ਹੋਵੇ, ਖੁਸ਼ੀ ਹੋਵੇ, ਔਖ ਹੋਵੇ, ਸੌਖ ਹੋਵੇ, ਆਰੰਭਤਾ ਹੋਵੇ ਜਾਂ ਸਫਲਤਾ ਹੋਵੇ, ਮਹਾਰਾਜ ਹਰ ਵੇਲੇ ਘਰ ਚੱਲਣ ਲਈ ਤਿਆਰ ਨੇ, ਹਰ ਵੇਲੇ ਦਰਸ਼ਨ ਦੇਣ ਲਈ ਤਿਆਰ ਨੇ। ਮਹਾਰਾਜ ਕਹਿਣ ਲੱਗੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਬਾਬਾ ਜੀ ਇਸ ਤਰ੍ਹਾਂ ਹੀ ਹੋਵੇਗਾ। ਦੋਹੂ ਦਿਸ ਪਦ ਬੰਧਨ ਕਰ ਤਬੈ। ਇਹ ਦੇਖੋ ਮਾਣ, ਭਿੱਜੇ ਹੋਏ ਨੇਤਰਾਂ ਨਾਲ ਬਾਬਾ ਬੁੱਢਾ ਜੀ ਨੇ ਵੀ ਚਰਨ ਮਹਾਰਾਜ ਦੇ ਪਕੜ ਲਏ, ਕਦਮਾਂ ਨੂੰ ਗਲ ਵੱਖੜੀ ਕਰ ਲਈ।
ਤੇ ਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਝੁਕ ਕੇ ਬਾਬਾ ਜੀ ਦੇ ਚਰਨ ਪਕੜੇ। ਭਾਈ ਸਾਹਿਬ ਲਿਖਦੇ, ਦੋ ਦਿਸ ਦੋਵਾਂ ਪਾਸਿਆਂ ਤੋਂ ਪਦ ਬੰਧਨ ਕਰ ਤਬੈ। ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਕਹਿ ਕੇ ਬਾਬਾ ਬੁੱਢਾ ਚਰਨ ਪਕੜ ਰਹੇ ਨੇ ਤੇ ਧੰਨ ਬੁੱਢਾ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ। ਇਹੋ ਜਿਹਾ ਸਨਮਾਨ ਤਾਂ ਤਿੰਨਾਂ ਲੋਕਾਂ 'ਚ ਕਿਧਰੇ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਹੀ ਹੈ, ਹੋਰ ਤੇ ਕਿਤੇ ਨਹੀਂ। ਹੋਰ ਤਾਂ ਕਿਤੇ ਹੈ ਤਾਂ ਦਿਖਾ ਦਿਓ। ਬਾਬਾ ਬੁੱਢਾ ਜੀ ਨੂੰ ਮਹਾਰਾਜ ਖੁਦ ਵੀ ਝੁਕ ਰਹੇ ਹਨ। ਜੋਧ ਅਜਿੱਤਾ ਜੀਵਾ ਤੀਨ। ਇਸੇ ਤਰ੍ਹਾਂ ਭਾਈ ਜੋਧ, ਭਾਈ ਅਜਿੱਤਾ ਤੇ ਭਾਈ ਜੀਵਾ, ਇਹ ਤਿੰਨੋਂ ਵੀ ਤਿਨਹੁ ਗੁਰੂ ਕੋ ਬੰਧਨ ਕੀਨ। ਇਹਨਾਂ ਨੇ ਵੀ ਬਾਬਾ ਬੁੱਢਾ ਜੀ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਰੱਖ ਕੇ ਨਮਸਕਾਰ ਕੀਤੀ ਹੈ। ਚਾਰੋਂ ਚਲੇ ਖੁਸ਼ੀ ਕੋ ਪਾਏ। ਬਾਬਾ ਬੁੱਢਾ ਸਾਹਿਬ, ਭਾਈ ਜੋਧ, ਭਾਈ ਜੀਵਾ, ਭਾਈ ਅਜਿੱਤਾ ਆਏ ਪੰਜ ਸਨ, ਭਾਈ ਗੁਰਦਾਸ ਵੀ ਨਾਲ, ਤੇ ਹੁਣ ਜਾ ਚਾਰ ਰਹੇ ਹਨ। ਸਿਮਰਤ ਸ੍ਰੀ ਨਾਨਕ ਸੁਖਦਾਏ। ਸਾਰੇ ਸੁੱਖਾਂ ਨੂੰ ਦੇ ਦੇਣ ਵਾਲੇ ਸੁੱਖਾਂ ਦੇ ਦਾਤੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਿਆਂ ਲਖ ਕੈ ਰੁਖ ਗੁਰ ਕੋ ਗੁਰਦਾਸ। ਇਹਨਾਂ ਚੌਹਾਂ ਨੂੰ ਤਾਂ ਆਗਿਆ ਦੇ ਦਿੱਤੀ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ। ਤੇ ਵੀ ਨਹੀਂ ਆਖਿਆ ਕਿ ਨਾ ਜਾਓ, ਨਾ ਆਖਿਆ ਜਾਓ ਤੇ ਨਾ ਆਖਿਆ ਕਿ ਨਾ ਜਾਓ। ਪਰ ਭਾਈ ਗੁਰਦਾਸ ਸਮਝ ਗਏ ਵੀ ਮਹਾਰਾਜ ਕੀ ਚਾਹੁੰਦੇ ਆ। ਇਹ ਵੀ ਵੱਡੀ ਸਮਝ ਹੈ ਵੀ ਗੁਰੂ ਕੀ ਚਾਹੁੰਦਾ। ਅਸੀਂ ਤੇ ਆਪਣਾ ਦੇਖਦੇ ਹਾਂ ਵੀ ਮੈਂ ਕੀ ਚਾਹੁੰਦਾ, ਮੇਰਾ ਕੀ ਹੋਵੇਗਾ, ਮੈਂ ਕੀ ਕਰਨਾ ਹੈ। ਜਿਹੜਾ ਗਹਿਰਾ ਜੁੜਿਆ ਹੋਇਆ ਹਿਰਦਾ ਉਹ ਦੇਖਦਾ ਗੁਰੂ ਕੀ ਚਾਹੁੰਦਾ ਹੈ, ਗੁਰੂ ਦੀ ਕੀ ਇੱਛਾ ਹੈ। ਜਿਸ ਦਿਨ ਇਹ ਸੈਂਸਰ ਕੰਮ ਕਰਨ ਲੱਗ ਪਿਆ ਨਾ, ਗੁਰੂ ਦੀ ਇੱਛਾ ਦਾ ਪਤਾ ਚੱਲ ਗਿਆ, ਉਸ ਦਿਨ ਫਿਰ ਸਿੱਖ ਵਿੱਚ ਤੇ ਗੁਰੂ 'ਚ ਫਰਕ ਨਹੀਂ ਰਹਿ ਜਾਏਗਾ। ਗੁਰ ਕਹਿਆ ਸਾਕਾਰ ਕਮਾਵਹੁ, ਇਹ ਅਵਸਥਾ ਨਸੀਬ ਹੋ ਜਾਏਗੀ। ਭਾਈ ਬੁੱਢਾ ਭਾਈ ਗੁਰਦਾਸ ਜੀ ਨੇ ਬਾਬਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰੁਖ ਦੇਖ ਕੇ ਕਰਿਓ ਬਾਤ ਸੁਖ ਰਾਸਹਿ ਪਾਸ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਹੀ ਟਿਕ ਗਏ। ਆਖਿਆ ਮਹਾਰਾਜ ਮੈਂ ਨਹੀਂ ਜਾਂਦਾ, ਮੈਂ ਆਪ ਜੀ ਕੋਲ ਹੀ ਰਹਿੰਦਾ ਹਾਂ। ਬ੍ਰਿਧ ਕੋ ਵਿਦਾ ਕਰਨ ਤਿਸ ਸਵੇਰੇ। ਤੇ ਉਸ ਵੇਲੇ ਬਾਬਾ ਬੁੱਢਾ ਜੀ ਨੂੰ ਵਿਦਾ ਕਰਨ ਵਾਸਤੇ, ਉਸ ਵੇਲੇ ਬਾਬਾ ਬੁੱਢਾ ਜੀ ਨੂੰ ਵਿਦਾ ਕਰਨ ਵਾਸਤੇ ਚਲੇ ਗੁਰੂ ਸੰਗ ਸਿੱਖ ਕਨੇਰੇ। ਗੁਰੂ ਪਾਤਸ਼ਾਹ ਆਪ ਵੀ ਨਾਲ ਨੇ ਤੇ ਬਹੁਤ ਸਾਰੇ ਸਿੱਖ ਵੀ ਬਾਬਾ ਬੁੱਢਾ ਜੀ ਨੂੰ ਵਿਦਾ ਕਰਨ ਆ ਰਹੇ ਹਨ। ਗਏ ਦੂਰ ਲਗ ਬ੍ਰਿਧ ਥਿਰ ਹੋਇਓ। ਬੜੀ ਦੂਰ ਤੱਕ ਗੁਰੂ ਹਰਗੋਬਿੰਦ ਸਾਹਿਬ ਨਾਲ ਹੀ ਚੱਲਦੇ ਗਏ। ਬਾਬਾ ਬੁੱਢਾ ਜੀ ਦਾ ਹੱਥ ਪਕੜਿਆ ਹੋਇਆ। ਬਾਬਾ ਬੁੱਢਾ ਮਹਾਨ ਸੁਖ ਦਾ ਅਨੁਭਵ ਕਰ ਰਹੇ ਨੇ ਤੇ ਬੇਨਤੀਆਂ ਕਰ ਰਹੇ ਨੇ, ਸੱਚਾ ਪਾਤਸ਼ਾਹ ਜਿਵੇਂ ਹੱਥ ਇੱਥੇ ਪਕੜਿਆ ਹੀ ਅੱਗੇ ਵੀ ਪਕੜੀ ਰੱਖੀ। ਤੇ ਗੁਰੂ ਸਾਹਿਬ ਜਿਨ੍ਹਾਂ ਦਾ ਹੱਥ ਪਕੜ ਲੈਂਦੇ ਨੇ ਨਾ, ਫਿਰ ਇਹ ਵੀ ਗੁਰੂ ਘਰ ਦੀ ਵਡਿਆਈ ਹੈ, ਛੱਡਦੇ ਨਹੀਂ। ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ, ਬਾਂਹ ਨਾ ਛੋੜੀਐ। ਫਿਰ ਮਹਾਰਾਜ ਬਾਂਹ ਛੱਡਦੇ ਨਹੀਂ ਹਨ। ਸਤਿਗੁਰ ਪਾਇਨ ਆਵਤ ਜੋ। ਜਦੋਂ ਬਾਬਾ ਬੁੱਢਾ ਜੀ ਦੇ ਮਨ ਵਿੱਚ ਖਿਆਲ ਆਇਆ ਵੀ ਸਤਿਗੁਰੂ ਤਾਂ ਪੈਦਲ ਮੇਰੇ ਨਾਲ ਚੱਲਦੇ ਆ ਰਹੇ, ਪਹਿਲੇ ਖਿਆਲ ਹੀ ਨਹੀਂ ਆਇਆ। ਜਦ ਸਾਹਿਬ ਨੇ ਬਾਬਾ ਜੀ ਦਾ ਹੱਥ ਆਪਣੇ ਹੱਥ 'ਚ ਪਕੜਿਆ ਹੋਇਆ ਸੀ, ਚੱਲਦੇ ਜਾ ਰਹੇ ਸੀ, ਕਿਸੇ ਅਗੰਮੀ ਆਨੰਦ ਵਿੱਚ ਆਤਮ ਵਿਭੋਰ ਬਾਬਾ ਬੁੱਢਾ ਸਾਹਿਬ ਨਾਲ ਚੱਲਦੇ ਜਾ ਰਹੇ। ਕੁਮਤਾਂ ਦੀਆਂ ਖੁਸ਼ੀਆਂ, ਮਣ ਖੁਸ਼ੀਆਂ ਮਨ ਨੂੰ ਚੜੀਆਂ ਹੋਈਆਂ, ਚੇਤਾ ਹੀ ਨਹੀਂ ਆਇਆ। ਤੇ ਜਦ ਕਾਫੀ ਦੂਰ ਤੱਕ ਨਾਲ ਚੱਲਦੇ ਆ ਗਏ ਤੇ ਬਾਬਾ ਬੁੱਢਾ ਜੀ ਨੂੰ ਖਿਆਲ ਆਏ ਮੈਂ ਕੀ ਕਰ ਰਿਹਾ, ਸਾਹਿਬ ਤੇ ਪੈਦਲ ਹੀ ਨਾਲ ਆ ਰਹੇ ਹਨ। ਕਰਤਿ ਪਰਸ ਪਰ ਬੰਧਨ ਪਲੇ। ਔਰ ਇਸ ਤਰ੍ਹਾਂ ਦੇ ਨਾਲ ਫਿਰ ਪਰਸਪਰ ਚੰਗੀ ਤਰ੍ਹਾਂ ਬੰਦਨਾ ਕੀਤੀ। ਗੁਰ ਕੋ ਮੋਰ ਅਗਾਰੀ ਚਲੇ। ਤੇ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ ਬਾਬਾ ਬੁੱਢਾ ਜੀ ਨੇ, ਹੱਥ ਜੋੜ ਕੇ ਚਰਨਾਂ ਤੇ ਸੀਸ ਰੱਖ ਕੇ, ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ, ਇਹ ਸੋਭਾ ਨਹੀਂ ਦਿੰਦਾ ਕਿ ਸਿੱਖ ਨੂੰ ਗੁਰੂ ਤੋਰਨ ਵਾਸਤੇ ਆਵੇ।
महाराज मेरे कोलों ये पाप हो रहा है। महाराज गल ना ला रहे, नहीं बाबा जी थोड़े च ते साडे च फर्क की है, की फर्क हैगा? महाराज नहीं, तुसी भावें वड्डे वड्याई दे मालक वड्याई देंदे हो, पर मैं आप जी दा निमाणा अदना गरीबड़ा जिहा सिख हैगा। हुण आप किरपा करो, इत्थे अगे सानू रुखसत होण दिओ ते आप हुण वापस जाओ। आप नूं जांदियां दे दर्शन जित्थों तक होणगे करदे रवांगे, उन्हां चिर इत्थे ही खड़े रवांगे। फिर आप जी जब चले जाओगे फिर असीं इत्थों चलांगे। दोहरा ग्राम नाम रमदास के बृद के साधन सदाए। इस तरह सदा बाबा बुढ़ा जी का निवास रामदास रहा। ये रामदास जिन्हों बाबा जी दियां समाधां भी कह देंदे ने। श्री अमृतसर साहिब तो मेरा ख्याल कोई 40-50 मिनटां का रस्ता है, ज़्यादा नहीं। वाया अजनाला भी रस्ता उत्थे ही चला जाता है, तो फतेहगढ़ चूड़ियां होके भी मेरे ख्याल बटाले वालों चला जाता है। 2-3 रस्ते ने, एक होर भी सीधा रस्ता अमृतसर तो निकलता है। जदों आप दरबार साहब जाओ ना, बाबा बुढ़ा जी के इस स्थान पर भी हो आया करो। बड़ा भाग लगता है सिख हिरदे नूं, सिखां दे अस्थानां ते जाण नाल, सिखां दा सन्मान करन नाल, सिखां दी वडियाई नूं, बरकत नूं ते हिरदे दी भावना नूं समझण नाल बड़ा भाग लगदा। तुसीं देखो, असीं पंडित शिवदत्त जी दे नाम ते जिहड़ी टैसटिंग लैब है आरंभ कीती है, क्योंकि उन्हां नूं याद करना, उन्हां नूं सन्मान देना, इस नाल गुरु साहिब जी की खुशी मिलती। नहीं तो बंदा नाम चेते ही नहीं रहिंदा। आने वाले दिनों च कुछ होर यादां बननियां। माता नानकी जियां दे नाम ते हाईजीनिक ऑटोमैटिक स्टीम नाल चलण वाला लंगर का प्रोजैक्ट शुरू होना। माता नानकी जी नूं याद करोगे, उत्थे बैठ के लंगर छकोगे तो थानू नज़र आउण लग पेगा कि गुरु तेग बहादुर साहब जी दे धन जननी जिन जाया, माता नानकी जी लंगर छका रहे। ये भाव प्रगट करना है। मामा किरपाल चंद जी जिन्होंने भंगाणी दे युद्ध विच बहुत वड्डी वीरता दिखाई, नाल रहे। भाई दरगाह मल जी नाल रहे। आने वाले दिनों विच पीर भीखन शाह इन्हां दी याद नूं समर्पित होंदे, इन्हां दे नाम ते भी यादां बनदियां ने तखत साहिब। क्योंकि जे असीं इन्हां सिखां दा मान करांगे, गुरु की खुशी मिलेगी, प्रसन्नता मिलेगी। जिन्हां बाग भेटा कीता उन्हां दे नाम ते भी द्वार बन सकदा। इस तरह होर वडियाई बन सकदियां हन जे उन्हां सिखां नूं याद करिए। खैर मुक्तसर मैं गुजारिश करदा हाँ, इस तरह रमदास नाम की जगह ली बाबा जी रवाना होए। तह को पहुँचे जाए कर गुर गुण भन समुदाय। उत्थे भावें रमदास चले गए ने, पर सतगुरु जी दे गुण ही गाई जा रहे ने, वडियाइयां प्रगट कर रहे हैं। चौपई श्री हर गोबिंद सब सुख साजै। सारे सुखां दे दाते, सुखां दा साज करन वाले गुरु साहिब श्री हर गोबिंद पुरे बिराजै। वो आप श्री हरगोबिंदपुर साहिब ही बिराजे हुए हैं। संगत देश बदेसन आवै। दूर दराज देशां विदेशां तो संगतां आ रही हैं। अनक अकोरन को अर पावै। अनेक ही तरह दियां भेटावां लैके, तिल फुल जिन्हों असीं कह देने, जिहदी बगीची विच सोहना फुल ही खिलिया ना, पर गरीब हैगा, वो कहंदा है गुरु पातशाह होर तां मेरे कोल कुछ नहीं है, पर आ जिहड़ा सोहना फुल मेरी गमले च, मेरी बगीची च तेरी मेहर नाल खिलिया, मैं यही तेरे कोल लैके आ रहा, तेरे चरणों च भेटा करने वास्ते आ रहे। जे होर कोई अनाज नहीं होया तो मन तेली होए ने, ते उही चुक के लाया। सच्चा पातशाह मेरे कोल तां आही है। ते गुरु साहब कहते इत्थे रख दे, तेरे कोल यही है ते मेरे कोल सब कुछ ही है, मैं तेनू सब कुछ दे देना।
महाराज जी के बचन ने कितने सोहने बोल ने भाई साहब जी दे। भावनी भगत पाए कौडी अगर भाग राखै। सतगुरु जी नूं समझो, उन्हां दे हिरदे नूं समझो। एवें नहीं कोई कबरां ते दफा होया फिरदा, कोई ज्योतिषियां कोल जंजीर लवाउंदा फिरदा, कोई होर तागे तवीत वहम तुमाद दर धक्के खांदे फिरदे। इस गल नूं समझो, असी इस गल नूं मन च वसा लवीए कि साडा गुरु तां कौडी रखिया सारे भाग ला दिंदा है। भावनी भगत पाए कौडी अगर भाग रखै, ताहे गुरु सर्व निधान दान दे। गुरु ते सारियां बरकतां नाल झोलियां भर दिंदा है। आउण वाले दिनां च नवीआं इमारतां हस्पतालां दे निर्माण लई अज दिल्ली तो एक बीबी जी ने 4 लाख रुपया भेजिआ। मैनू कहण लगे भी चैक करके दसो आ गया। मैं कह जी आ गया। तुसीं भेजिआ ते आवे ना। एक तरंग ही तो हैगी है, उधरों बटन दबाया जाता है, इत्थे जमा हो जाता, देर थोड़ी लगती। संगतां रोज माया वड्डी भेज रही। महाराज जी के घर विच संगतां दे ठहराव लई निर्माण, मरीजां लई हस्पताल और होर बड़ा कुछ आप जी की सेवा विच आउण वाले दिनां च आप देखोगे, महसूस करोगे, खुश होवोगे, प्रसन्नता बनेगी। बाबा बुढ़ा जी गुरु साहब जी की वडियाई तो बिना होर कुछ कर नहीं रहे। संगतां आ रही ने, अनेकां भेटावां लैके मिल रही हैं। मनोकामना पाए सिधारे। जो जो अरदासां बेनतियां करते ने वो पूरियां हो रही हैं ते खुशियां लैके जा रहे हैं। जह कह सतगुर सुजस उचार। जिते किते जाते ने सतगुरु जी का सोहना जस उचारण करते हैं। एक आवत एक जात सदन को। बस इस तरह आमदो रफत बनी हुई है। कुछ आ रहे ने, कुछ जा रहे। हुण तुसीं देख लो, महाराज की मेहर नाल ट्रेनां शुरू होईयां, रौनक बन गई। ते आउण वाले कुछ दिनों बाद इत्थे जगह नहीं मिलनी बैठण। सिखां दे हिरदे बहुत तड़प विच ने भी कदों वो समा आवे ते भज के पटना साहिब महाराज जी दे दर्शन कर आईए। बहुत तड़प विच ने। रौनकां जड़ियां ने बन जाणियां हन। सिख जड़े ने कुछ आ रहे ने, कुछ बरकतां लै लै के जा रहे हैं। विख गुर सारत चंद बदन को। महाराज जी का ऐसा सुंदर स्वरूप जिवें सरद रुत की पूर्णमासी का चंद्रमा होंदा है, इस तरह ठंडक देण वाला, आनंद देण वाला, खुशियां खेड़े ते रब्बी सुंदरता भरे गुण देण वाला महाराज जी का मुखड़ा। एक दिन चढ़े अखेरी करन को। महाराज सच्चे पातशाह एक दिन शिकार करन वास्ते चढ़े हैं। लेकर जुर्रे बाज नरन को। इस तरह कुछ सिख सेवक नाल ने, बाज कुछ जुर्रे जेड़े शिकारी पंछी होंदे हन। चीते स्वान संग बोलीन। इस तरह चित्रे स्वान ये भी नाल हन शिकारी। कानन महबड़ विचरन की। जंगल दे विच जिहड़ा लागे लागे जंगल ओहदे विच खेर बिरत कर रहे हैं। सुगड़ सांग गन चढ़े तुरंग। सूरमे महाराज जी दे नाल घोड़ सवार सेना भी है। फतेह बृंद ही छोर तुफंग। और इस तरह बहुत सारे खूंखार जानवरां दा बंदूकां चला के ते शिकार किया जो मनुखा नूं खांदे सन। मिर्गन बिहंगन सूकर घने। और इस तरह जड़े मिर्ग आदक सन, सूअर आदक सन, जो फसलां आदक दा वड्डा नुकसान करते सन। खोज खोज कर जित कित हरे। जिते जिते भी वो लभे खोज खोज के वो मारे गए। उन ऊंचे थल आन सुहाए। महाराज फिर शिकार खेल के उच्चे थां आ पहुंचे हैं। उस थां दा नाम भी भाई साहब ने लिखे भी जगह केड़ी सी। नाम दमदमा जहां सुहाए। जिथे अजकल गुरुद्वारा श्री दमदमा साहिब बनया होया। श्री हरगोबिंदपुर साहिब दियां ते गिरदो नवा दियां संगतां उत्थे पहुंच के नतमस्तक होंदियां। उत्थे महाराज आ बैठे। पिछे जे मैं गया सी पर पता चलिया भी आपसी कुछ मतभेदां करके उत्ते श्री दमदमा साहब रसीवर बिठाया होया जिहड़ा हिसाब करदा सरकारी बंदा कोई। ते मैं अर्ज करा सानू की लोड़ है हो जाए आपस विच फसाद करन दी,
कि गुरु घर की गोलक रिसीवरां दे हत्थ चली जाए। लोकी तो चाहुंदे ही वो ने, कई तुहाडे पग मगर पए हो जिहड़े यही चाहुंदे, क्यों ना प्रेम नाल हर मसला हल हो जाए ते गुरु की गोलक सिखां दी शरधा, गुरु के सिखां दे गुरु के अस्थानां दे विकास लई ते सेवा विच खर्च होवे। ये थोड़ा सोचना चाहिए। वो जिहड़ा पावन पवित्र दमदमा साहिब है, श्री हरगोबिंदपुर साहिब, उत्थे साहिब आ पहुंचे हन। कांसी ते चल संगत आई। उन्हां दिनां विच कुछ संगत, कुछ जथे संगत दे काशी बनारस तो आ पहुंचे हन। दर्शन कर बे चाह वधाई। उन्हां दे मन विच बड़ी कसस है बई छेती महाराज जी दा दर्शन जा करिए। एक सेक तिन महमतवंता। उन्हां विच कुछ सिख महाराज जी दे मतवाले भी होंदे। हुणे ही अहरवां तो, अहरवां हरियाणा दा नगर हैगा। भाई जगतार सिंह जी होर उन्हां दे सहयोगियां नूं तखत साहब वल्लों हुक्मनामा गया सी भी तुसी लंगरां दी रसद इकट्ठी करके भेजणी। उन्हां ट्रक भर के भेजिया ते जिहड़े सज्जन ट्रक लैके आए सी ना गुरसिख, मैं उन्होंने कहा तुहानूं कमरा मिल गया। आखण लगे नहीं कमरे की लोड़ नहीं है, असी गुरु गोबिंद सिंह महाराज की परिक्रमा विहड़े विच ही बिराजना, असी की करना कमरा। मैं कहा वाशरूम जाना ना औखा होवे, कहण लगे कोई गल नहीं असी कॉमन च चले जाना, पर असी इत्थे सौना नहीं है, असी रात भर बैठ के महाराज का जस करना। मैं कहा कमाल दी भावना है। सारी कणक दालां चावल भेजे ते किराया 1 रुपया नहीं लिया भी असी ट्रक लैके आए, ते फिर इत्थे आके कमरा भी नहीं लिया। इत्थे बाहर परिक्रमा विच बैठे, बाहर जिहड़ा विहड़ा है इत्थे बैठ के बरांडे विच जाप करते रहे। सवेरे 3 बजे फिर पहुंचे हुए सी। ये साध संगत वड्डी भावना है जो गुरसिखां नूं गुरु बख्शदा है ते चाह चढ़ जाता है भी कदों वेला आवे ते श्री हरिमंदर पटना साहिब जी दे तखत साहिब जी दे दर्शन करिए। मन नाल चाह नाल मन जिहड़ा पहुंचदा है। दर्शन करवे चाह वधाई। इस तरह जिहड़ी बनारसी संगत आई है, बनारस दे रहण वाले, उन्हां दे मन विच दर्शनां दी बड़ी चाहत है। दर्शन को तूरत चल चुनता। उन्हां विच एक सिख हैगा जिहड़ा बहुत महाराज जी दे दर्शनां दा मतवाला है ते लालच करदा है भी हुणे ही दर्शन हो जावे। संगत छोर विपासा पासी। उन्हें नहीं देखिया बई रिहायश कित्थे है, संगी साथियां तो अलग होके ते जिथे पता चलिया भी महाराज दमदमा साहब बैठे हुए हन। सुन सुध गयो महासुख राती। इस तरह वो महाराज जी बारे सुन के जिथे महासुख दा मूल, महासुख दे दाते गुरु हरगोबिंद साहब बिराजे ने, उत्थे आ गया। ते हुण अगलियां जड़ियां महाराज दियां गाथावां ने कल गुरु मेहर सदका आप सरवण करोगे। बड़ी एकाग्रता ते प्रेम नाल आप सारियां ने सरवण कीता। बहुत वड्डियां वड्डियां गुरु निवाजियां शख्सियतां महाराज दियां हाज़रियां भर रहीआं ने। भाई साहब भाई इंदरजीत सिंह जी टाटा नगर तो महाराज जी दे दर दे मीत प्रधान ने, वो बैठे हुए। सचखंड वासी सरदार त्रिलोचन सिंह जी जो सारी जिंदगी गुरु गोबिंद सिंह महाराज जी दे सत्कारयोग मैंबर दी पदवी ते रहे, ते इसे दौरान ही उन्होंने प्राण जड़े ने वो महाराज नूं भेटा हो गए। भाई सुरिंदर सिंह जी रुमालियां वाले, उन्होंने भी महाराज जी दे घर सेवक होने दौरान ही प्राण भेटा हो गए। उन्होंने सपुत्र भाई गुरविंदर सिंह जी बैठे। होर बड़ियां नाम जपण वालियां सेवा करन वालियां शख्सियतां महाराज जी दे चरण कमलों च हाज़रियां भर रही। तुहानूं सारिआं नूं सतगुरु जी दे दरों पूरा सन्मान है, घट कोई नहीं। सब दे सिर ते महाराज हथ रखण, मेहरां नाल निवाजण। इस वेले वक़्त दा तकाजा है। बाकी विचार कल गुरु साहब दी मेहर नाल प्राप्त होवेगा। आओ 2 मिनट वास्ते सारे सतगुरु जी दे महामंत्र गुरमंत्र नाल जुड़िए, फिर अरदास ते खिमा प्रार्थी होवांगे। कोई रसना वांझी ना रहे।
ਵਾਹਿਗੁਰੂ 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 ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।